ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਸੋਚ ਦੇ ਇੱਕ ਹੋਰ ਐਪੀਸੋਡ ਤੇ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਮੇਰਾ ਨਾਮ ਹੈ ਜਸਮੀਤ। ਜਿੱਦਾਂ ਤੁਸੀਂ ਜਾਣਦੇ ਆ, ਆਪਣੀ ਸੋਚ ਦਾ ਮਕਸਦ ਇਹ ਆ ਕਿ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਉਸ ਟੌਪਿਕਸ ਬਾਰੇ ਗੱਲ ਕਰ ਸਕੀਏ ਜਿਨ੍ਹਾਂ ਨੂੰ ਲੈ ਕੇ ਅਕਸਰ ਸਾਡੀ ਕਮਿਊਨਿਟੀ ਚੁੱਪ ਰਹਿੰਦੀ ਆ। ਟ੍ਰੈਡੀਸ਼ਨਲੀ ਡੋਮੈਸਟਿਕ ਵਾਇਲੈਂਸ ਇੱਕ ਉਹ ਟੌਪਿਕ ਆ ਜਿਹਨੂੰ ਸਾਡੀ ਕਮਿਊਨਿਟੀ ਇੱਕ ਪ੍ਰਾਈਵੇਟ ਮੈਟਰ ਮੰਨਦੀ ਆ। ਅਸੀਂ ਸੋਚਦੇ ਹਾਂ ਕਿ ਜਿਹੜੀ ਗੱਲਾਂ ਘਰ ਦੇ ਵਿੱਚ ਹੁੰਦੀਆਂ ਆ ਉਹ ਘਰ ਦੇ ਵਿੱਚ ਹੀ ਰਹਿਣ, ਪਰ ਸਾਡੇ ਹਿਸਾਬ ਨਾਲ ਇਹ ਬਹੁਤ ਹੀ ਗਲਤ ਅਤੇ ਡੇਂਜਰਸ ਸੋਚ ਬਣ ਸਕਦੀ ਆ, ਕਿਉਂਕਿ ਜਦ ਕੋਈ ਫੈਮਿਲੀ ਦੇ ਵਿੱਚ ਡੋਮੈਸਟਿਕ ਵਾਇਲੈਂਸ ਅਕਰ ਹੁੰਦਾ ਆ, ਸਿਰਫ ਉਹਨਾਂ ਦੀ ਰਿਸਪੌਂਸਿਬਿਲਿਟੀ ਨਹੀਂ ਹੈਗੀ। ਇਹ ਇੱਕ ਲਾਰਜਰ ਸੋਸ਼ਲ ਇਸ਼ੂ ਆ ਜਿਹਨੂੰ ਲੈ ਕੇ ਸਾਨੂੰ ਵੀ ਇੱਕ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ ਆ ਕਿ ਸਾਡੇ ਖੁਦ ਦੇ ਕੀ ਵਿਚਾਰ ਆ ਡੋਮੈਸਟਿਕ ਵਾਇਲੈਂਸ ਨੂੰ ਲੈ ਕੇ। ਕਿੰਨੀ ਵਾਰ ਅਸੀਂ ਗੱਲਾਂ ਸੁਣੀਆਂ ਆ ਜਾਂ ਖੁਦ ਦੇਖੀਆਂ ਆ ਤੇ ਅਸੀਂ ਚੁੱਪ ਰਹੇ ਆ। ਕਿਉਂ ਅਸੀਂ ਚੁੱਪ ਰਹਿੰਦੇ ਆ? ਇਹ ਸੋਚ ਕਿੱਥੋਂ ਮਿਲਦੀ ਆ ਸਾਨੂੰ? ਸੋ ਸਾਡੀ ਵੀ ਇੱਕ ਰਿਸਪੌਂਸਿਬਿਲਿਟੀ ਆ ਕਿ ਅਸੀਂ ਆਪਣੇ ਬਾਰੇ ਸੋਚੀਏ ਕਿ ਅਸੀਂ ਡੋਮੈਸਟਿਕ ਵਾਇਲੈਂਸ ਨੂੰ ਕਿੱਦਾਂ ਵਿਊ ਕਰਦੇ ਆ, ਕਿਉਂਕਿ ਜਦ ਫੈਮਿਲੀ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੁੰਦਾ ਆ, ਹਰ ਇੱਕ ਇੰਡੀਵਿਜੂਅਲ ਦੀ ਮੈਂਟਲ ਹੈਲਥ ਤੇ ਅਸਰ ਪੈ ਸਕਦਾ ਆ, ਜੇ ਉਹ ਬੱਚੇ ਹੋਣ, ਅਡਲਟਸ ਹੋਣ ਜਾਂ ਸਾਡੇ ਬਜ਼ੁਰਗ ਹੋਣ। ਐਂਡ ਅਸੀਂ ਜਾਣਦੇ ਆ ਕਿ ਇਹ ਟੌਪਿਕ ਨੂੰ ਟੈਕਲ ਕਰਨਾ ਬਹੁਤ ਹੀ ਡਿਫਿਕਲਟ ਆ, ਕਿਉਂਕਿ ਇੱਕ ਬਹੁਤ ਸਟਿਗਮਾ ਬਣ ਚੁੱਕਾ ਆ ਸਾਡੀ ਕਮਿਊਨਿਟੀ ਦੇ ਵਿੱਚ, ਤੇ ਆਪਣੇ ਪਰਸਨਲ ਐਕਸਪੀਰੀਐਂਸਿਸ ਨੂੰ ਸਾਂਝਾ ਕਰਨ ਲਈ ਬਹੁਤ ਹੀ ਹੌਸਲਾ ਲੱਗਦਾ ਆ। ਸੋ ਤਾਂ ਹੀ ਅੱਜ ਮੈਂ ਤੇ ਮਨੀਤ ਬਹੁਤ ਹੀ ਐਕਸਾਈਟਡ ਆ, ਕਿਉਂਕਿ ਸਾਡੇ ਵੱਡੇ ਸਿਸਟਰ ਜਸਵੀਰ ਕੌਰ ਅੱਜ ਇੱਥੇ ਆਏ ਆ ਸਾਡੇ ਗੈਸਟ ਬਣ ਕੇ, ਤੇ ਉਹ ਆਪਣਾ ਐਕਸਪੀਰੀਅੰਸ ਸਾਂਝਾ ਕਰਨਗੇ in relation to domestic violence. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਜਸਮੀਤ ਨੇ ਸਾਰਿਆਂ ਨੂੰ ਸ਼ੇਅਰ ਕੀਤਾ, ਮੈਂਟਲ ਹੈਲਥ ਤੇ ਡੋਮੈਸਟਿਕ ਵਾਇਲੈਂਸ ਦਾ ਕਾਫੀ ਕਲੋਸ ਰਿਲੇਸ਼ਨ ਹੈਗਾ ਆ, ਤੇ ਕਈ ਵਾਰ ਇਹ ਗੱਲਾਂ ਆਪਾਂ ਗਾਂਹ ਜਾ ਕੇ ਸਮਝਦੇ ਹਾਂ ਕਿ ਜਿਹੜਾ ਅਸੀਂ ਛੋਟੇ ਹੁੰਦੇ ਐਕਸਪੀਰੀਅੰਸ ਕੀਤਾ, ਦੇਖਿਆ, ਉਹ ਆਪਣੇ ਹੁਣ ਮਨ ਦੇ ਉੱਤੇ ਇੰਪੈਕਟ ਕਿਉਂ ਕਰ ਰਹੇ ਆ, ਉਹ ਯਾਦਾਂ ਵਾਪਸ ਕਿਉਂ ਆ ਰਹੀਆਂ, ਸਾਡਾ ਮੈਨੇਜਮੈਂਟ ਰਿਲੇਸ਼ਨਸ਼ਿਪਸ ਦੇ ਨਾਲ ਅਸੀਂ ਇਹ ਚੀਜ਼ਾਂ ਕਿੱਥੋਂ ਸਿੱਖੀਆਂ। ਐਂਡ ਆਈ ਥਿੰਕ ਇਹ ਵੀ ਗੱਲ ਹੈਗੀ, ਆਪਾਂ ਪਹਿਲਾਂ ਵੀ ਐਪੀਸੋਡਸ ਦੇ ਵਿੱਚ ਸ਼ੇਅਰ ਕੀਤਾ, ਸਾਰੇ ਸੋਚਦੇ ਆ ਕਿ ਕਈ ਵਾਰ ਬੱਚਿਆਂ ਨੂੰ ਪਤਾ ਨਹੀਂ ਹੈਗਾ ਘਰ ਦੇ ਵਿੱਚ ਕੀ ਹੋ ਰਿਹਾ, ਜਾਂ ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਹੈਗਾ, ਪਰ ਅੱਜ ਥਰੂ ਕਨਵਰਸੇਸ਼ਨ ਆਪਾਂ ਅੰਡਰਸਟੈਂਡ ਕਰਾਂਗੇ ਕਿ ਜਿਹੜਾ ਘਰ ਦੇ ਵਿੱਚ ਹੁੰਦਾ ਆ, ਬੱਚਿਆਂ ਦੇ ਉੱਤੇ ਕਿਵੇਂ ਅਸਰ ਪੈਂਦਾ, ਤੇ ਅੱਜ ਅਸੀਂ ਕੀ ਚੀਜ਼ਾਂ ਸਿੱਖ ਸਕਦੇ ਹਾਂ ਕਿ ਆਪਾਂ ਸਾਰਿਆਂ ਦੀ ਮਾਨਸਿਕ ਸਿਹਤ ਬਾਰੇ ਸੋਚੀਏ ਤੇ ਉਹਨਾਂ ਨੂੰ ਸਟਰੈਂਥਨ ਕਰੀਏ। ਸੋ ਅਸੀਂ ਸਾਰੇ ਵਿਊਅਰਸ ਨੂੰ ਸਾਡੀ ਭੈਣ ਜਸਵੀਰ ਕੌਰ ਰਬਾਬਰ ਨੂੰ ਵੈਲਕਮ ਕਰਨਾ ਚਾਹੁੰਦੇ ਹਾਂ। And Jasveer, can you please share with our viewers a little bit about yourself? Thank you so much for having me on the show. ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਨੂੰ ਬਹੁਤ ਖੁਸ਼ੀ ਹੋਈ, ਮਾਣ ਵੀ ਹੋਇਆ ਕਿ ਵੀ ਸੋਚ ਵਰਗੀਆਂ ਸੰਸਥਾਵਾਂ ਹੈਗੀਆਂ ਆ ਜਿੱਥੇ ਆਪਾਂ ਇਹਨਾਂ ਗੱਲਾਂ ਬਾਰੇ ਵਿਚਾਰ ਸਾਂਝੀ ਕਰ ਸਕਦੇ ਹਾਂ, ਆਪਣਾ ਦੁੱਖ ਸੁੱਖ ਫੋਲ ਸਕਦੇ ਹਾਂ ਇੱਕ ਦੂਸਰੇ ਨਾਲ। ਵਿਸ਼ਾ ਜਿਹੜਾ ਆਪਣਾ ਹੈਗਾ ਅੱਜ ਦਾ, ਉਹ ਆਪਾਂ ਨੂੰ ਵੀ ਪਤਾ ਕਿ ਸੌਖਾ ਨਿਗਾ ਇਹਨਾਂ ਚੀਜ਼ਾਂ ਬਾਰੇ ਗੱਲਾਂ ਕਰਨੀਆਂ, ਪਰ ਜੇ ਆਪਾਂ ਹਿੰਮਤ ਨਹੀਂ ਕਰੂੰਗੇ ਤੇ ਕੁਛ ਨਹੀਂ ਬਦਲਣ ਵਾਲਾ। ਤੋ ਆਪਾਂ ਆਪਸ ਦੇ ਵਿੱਚ ਬੈਠ ਕੇ ਥੋੜ੍ਹੀ ਜਿਹੀ ਵਿਚਾਰ ਕਰ ਸਕਦੇ ਆ ਵੀ ਜਿਹੜੀਆਂ ਗੱਲਾਂ ਤੁਸੀਂ ਕਹੀਆਂ, ਆਪਾਂ ਆਮ ਤੌਰ ਤੇ ਸੋਚਦੇ ਹਾਂ ਕਿ ਵੀ ਬੱਚਿਆਂ ਤੇ ਅਸਰ ਨਹੀਂ ਪੈਂਦਾ, ਬੱਚੇ ਛੋਟੇ ਆ, ਜਦੋਂ ਘਰ 'ਚ ਕੋਈ ਇਹੋ ਜਿਹੀ ਚੀਜ਼ ਹੁੰਦੀ ਆ। ਦੂਸਰੀ ਗੱਲ ਇਹ ਵੀ ਹੁੰਦੀ ਆ, ਆਪਾਂ ਸੋਚਦੇ ਕਿ ਲੋਕਾਂ ਨੇ ਕੀ ਕਹਿਣਾ, ਇਹ ਚੀਜ਼ ਆਪਾਂ ਨੂੰ ਬਹੁਤ ਮਾਰਦੀ ਆ ਆਪਣੀ ਕਮਿਊਨਿਟੀ ਦੇ ਵਿੱਚ, ਕਿ ਫਿਰ ਆਪਾਂ ਚੁੱਪ ਰਹਿੰਦੇ ਆ। ਉਹ ਇੱਕ ਆਦਤ ਪਾਈ ਜਾਂਦੀ ਆ ਵੀ ਢਿੱਡ 'ਚ ਗੱਲ ਰੱਖੋ, ਲੋਕਾਂ ਨੂੰ ਨਹੀਂ ਦੱਸਣਾ, ਉਹਨਾਂ ਤੱਕ ਨਹੀਂ ਗੱਲ ਪਹੁੰਚਣੀ ਚਾਹੀਦੀ ਵੀ ਸਾਡੇ ਘਰ 'ਚ ਕੀ ਹੋ ਰਿਹਾ। ਸੋ ਉਹਨਾਂ ਚੀਜ਼ਾਂ ਦਾ ਅਸਰ ਮੈਂ ਖੁਦ ਹੰਢਾਇਆ, ਤੁਸੀਂ ਆਪ ਵੀ ਹੰਢਾਇਆ ਹੋਊਗਾ, ਜਿਹੜੇ ਸਰੋਤੇ ਬੈਠੇ ਸੁਣ ਰਹੇ ਆ, ਦੇਖ ਰਹੇ ਆ। ਇਹ ਚੀਜ਼ਾਂ ਔਖੀਆਂ ਆ, ਪਰ ਇੱਕ ਦੂਸਰੇ ਦੀ ਮਦਦ ਦੇ ਨਾਲ ਆਪਾਂ ਉਹਨਾਂ ਨੂੰ ਬਦਲ ਸਕਦੇ ਆ। ਸੋ ਉਹੀ ਉਮੀਦ ਆ ਕਿ ਅੱਜ ਦੀ ਵਿਚਾਰ ਨਾਲ ਥੋੜ੍ਹੀ ਜਿਹੀ ਆਪਾਂ ਸੋਚ ਦੇ ਵਿੱਚ ਬਦਲਾਵ ਲਿਆ ਸਕਦੇ ਆ। ਥੈਂਕ ਯੂ ਜਸਵੀਰ। ਤੁਸੀਂ ਪਹਿਲਾਂ ਸਾਨੂੰ ਥੋੜਾ ਬਹੁਤਾ ਸ਼ੇਅਰ ਕਰ ਸਕਦੇ ਹੋ ਕਿ ਅੱਜ ਆਪਾਂ ਹੁਣ ਡੋਮੈਸਟਿਕ ਵਾਇਲੈਂਸ ਬਾਰੇ ਗੱਲ ਕਰ ਰਹੇ ਹਾਂ, ਘਰ ਦੇ ਵਿੱਚ ਡਿਫਿਕਲਟੀ ਬਾਰੇ ਗੱਲ ਕਰ ਰਹੇ ਹਾਂ।
ਤੁਸੀਂ viewers ਨੂੰ ਸ਼ੇਅਰ ਕਰ ਸਕਦੇ ਆ ਕਿ ਤੁਸੀਂ ਕਿਹਾ ਤੁਸੀਂ ਲਾਈਫ ਦੇ ਵਿੱਚ ਇਹ ਚੀਜ਼ ਦੇਖੀ ਹੋਈ ਆ ਐਕਸਪੀਰੀਅੰਸ ਕੀਤੀ ਹੋਈ ਆ ਇਹ ਕਦੋਂ ਸ਼ੁਰੂ ਹੋਈ ਸੀ ਤੇ ਤੁਹਾਡੀ ਕੀ ਅੰਡਰਸਟੈਂਡਿੰਗ ਆ ਕਿ ਇਹ ਕਿਉਂ ਹੋ ਰਿਹਾ ਸੀ ਘਰ ਦੇ ਵਿੱਚ ਕਿਉਂ ਹੋ ਰਿਹਾ ਸੀਗਾ ਘਰ ਦੇ ਵਿੱਚ ਇਹਦੇ ਬਾਰੇ ਮਤਲਬ ਮੈਂ ਆਪਣੇ ਪੱਖੋਂ ਹੀ ਦੱਸ ਸਕਦੀ ਹਾਂ ਕਿ ਛੋਟੀ ਉਮਰ ਤੋਂ ਹੀ ਜਦੋਂ ਤੱਕ ਮਤਲਬ ਮੇਰੀ ਮੈਮਰੀ ਵਾਪਸ ਜਾਂਦੀ ਆ ਉਦੋਂ ਤੋਂ ਹੀ ਇਹ ਚੀਜ਼ ਸੀਗੀ ਸਾਡੇ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਤੇ ਉੱਚੀ ਬੋਲਣਾ ਗਲਤ ਬੋਲਣਾ ਗਾਲਾਂ ਇਹ ਸਾਰੀਆਂ ਚੀਜ਼ਾਂ ਨਾਲੇ ਕੁੱਟਮਾਰ ਵੀ ਬਹੁਤ ਹੁੰਦੀ ਸੀਗੀ ਹਾਲਾਤ ਬਹੁਤ ਔਖੇ ਸੀਗੇ ਪਰ ਜਦੋਂ ਰੋਜ਼ ਦੀ ਰੋਜ਼ ਇੱਕੋ ਹੀ ਚੀਜ਼ ਹੁੰਦੀ ਰਹਿੰਦੀ ਹੈ ਤੁਸੀਂ ਉਸੇ ਮਾਹੌਲ 'ਚ ਰਹਿੰਦੇ ਆ ਹਨਾ ਬੱਚਿਆਂ ਦੀ ਜਿਹੜੀ ਖਾਸੀਅਤ ਹੈਗੀ ਆ ਉਹ ਅਡੈਪਟ ਕਰ ਜਾਂਦੇ ਆ ਐਡਜਸਟ ਹੋ ਜਾਂਦੇ ਬੜੀ ਛੇਤੀ ਸੋ ਜਦੋਂ ਤੁਹਾਨੂੰ ਪਤਾ ਕਿ ਰੋਜ਼ ਆਹਾ ਹੀ ਹੋਣਾ ਆ ਤੁਸੀਂ ਉਸ ਹਿਸਾਬ ਨਾਲ ਆਪਣੇ ਆਪ ਨੂੰ ਬਦਲ ਲੈਂਦੇ ਆ ਕਿ ਵੀ ਮੈਂ ਇੱਥੇ ਆਪਣਾ ਟਾਈਮ ਕਿੱਦਾਂ ਕੱਢਣਾ ਆ ਕਿੱਦਾਂ ਸਰਵਾਈਵ ਕਰਨਾ ਇੱਥੇ ਹਨਾ ਤੇ ਜੇ ਆਪਾਂ ਆਪਣੇ ਆਪ ਬਾਰੇ ਸੋਚੀਏ ਤੇ ਫਿਰ ਸਾਡੀ ਸੋਚ ਅਲੱਗ ਹੋਊਗੀ ਸ਼ਾਇਦ ਆਪਾਂ ਉਸ ਮਾਹੌਲ ਚੋਂ ਨਿਕਲਣ ਦੀ ਕੋਸ਼ਿਸ਼ ਕਰੂੰਗੇ ਪਰ ਜਦੋਂ ਸੋਚ ਹੋਰ ਤਰੀਕੇ ਦੀ ਹੁੰਦੀ ਵੀ ਆਪਾਂ ਰਹਿਣਾ ਇਕੱਠੇ ਹੀ ਆ ਹਨਾ ਤੇ ਹੁਣ ਔਖੇ ਸੌਖੇ ਹੋ ਕੇ ਕੱਢਣਾ ਪੈਣਾ ਸਮਾਂ ਤੇ ਗੱਲ ਉੱਥੇ ਆ ਗਈ ਸੀਗੀ ਕਿ ਵੀ ਮੇਰੇ 2 ਵੱਡੇ ਭਰਾ ਸੀਗੇ ਇੱਕ ਛੋਟਾ ਸੀਗਾ ਤੇ ਸਿਚੁਏਸ਼ਨ ਜਿੱਦਾਂ ਰੋਜ਼ ਦੀ ਰੋਜ਼ ਵੱਧਦੀ ਸੀਗੀ ਬਦਲਦੀ ਸੀਗੀ ਮੇਰੇ ਅੰਦਰੋਂ ਉਹੀ ਖੁਆਇਸ਼ ਸੀਗੀ ਵੀ ਆਪਾਂ ਇਕੱਠੇ ਕਿੱਦਾਂ ਰਹਿ ਸਕਦੇ ਹਾਂ ਕਈ ਵਾਰੀ ਨਹੀਂ ਬਹੁਤ ਵਾਰੀ ਇਹ ਵੀ ਸੋਚਿਆ ਵੀ ਜੇ ਮੇਰੇ ਮਾਪੇ ਅੱਡ ਹੋ ਜਾਣ ਤੇ ਉਹਦੇ ਨਾਲ ਸ਼ਾਇਦ ਸਾਨੂੰ ਸੁੱਖ ਦਾ ਸਾਹ ਮਿਲ ਜਾਵੇ ਤੇ ਜਿੱਦਾਂ ਵਿੱਚ ਰਹਿਣ ਨੂੰ ਵੀ ਨਹੀਂ ਜੀ ਕਰਦਾ ਤੇ ਉਹਨਾਂ ਤੋਂ ਬਗੈਰ ਰਹਿਣ ਨੂੰ ਵੀ ਨਹੀਂ ਜੀ ਕਰਦਾ ਸੋ ਤੁਸੀਂ ਕੁੱਟੇ ਜਿਹੇ ਹੁੰਨੇ ਆ ਤੇ ਛੋਟੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਔਖਾ ਲੱਗਦਾ ਆ ਸਕੂਲੇ ਤੁਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਕਿਉਂਕਿ ਜੇ ਤੁਸੀਂ ਦੱਸਿਆ ਕਿਸੇ ਨੂੰ ਤੇ ਫਿਰ ਸੋਸ਼ਲ ਸਰਵਿਸਿਜ਼ ਆ ਗਏ ਉਹਨਾਂ ਨੇ ਤਾਂ ਤੁਹਾਨੂੰ ਲੈ ਜਾਣਾ ਘਰੋਂ ਤੇ ਫਿਰ ਤੁਸੀਂ ਕਿੱਥੇ ਰੁਲਦੇ ਫਿਰੋਗੇ ਪਤਾ ਨਹੀਂ ਕਿਹਦੇ ਕੋਲ ਤੁਸੀਂ ਜਾਣਾ ਆ ਜਾਂ ਅੱਗੇ ਕੀ ਲਿਖਿਆ ਹੋਊਗਾ ਉਸ ਰਸਤੇ ਤੇ ਉਹ ਵੀ ਨਹੀਂ ਕਰਨਾ ਚਾਹੁੰਦੀ ਸੀਗੀ ਤੇ ਜੇ ਮੈਂ ਕਿਤੇ ਵੀ ਆਪਣੇ ਲਾਈਕ ਸਹੇਲੀਆਂ ਨਾਲ ਗੱਲ ਕਰ ਲਈ ਉਹਦੇ 'ਚ ਵੀ ਜਿੱਦਾਂ ਕੀ ਕਹਿ ਸਕਦੇ ਆ ਬੇਇੱਜ਼ਤੀ ਮਹਿਸੂਸ ਹੁੰਦੀ ਸੀਗੀ ਵੀ ਬਾਕੀ ਸਾਰਿਆਂ ਦੇ ਘਰ ਬੜੇ ਵਧੀਆ ਆ ਹਨਾ ਉਹਨਾਂ ਦੇ ਘਰੇ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਘਰ ਹੀ ਕਿਉਂ ਆ ਵੀ what did I do wrong ਮੇਰੇ 'ਚ ਕੀ ਕਮੀ ਆ ਹਨਾ ਤੇ ਬਹੁਤ ਸਾਲ ਇਹੋ ਜਿਹੇ ਵਿਚਾਰ ਇਹੋ ਜਿਹੀ ਸੋਚ ਅੰਦਰ ਰਹੀ ਦਿਲ ਦੇ ਮਨ ਦੇ ਅੰਦਰ ਰਹੀ ਤੇ ਹੌਲੀ ਹੌਲੀ ਜਿੱਦਾਂ ਉਮਰ ਦੇ ਹਿਸਾਬ ਨਾਲ ਜਿੱਦਾਂ ਬੰਦਾ ਬੱਚਾ ਜੋ ਵੀ ਹੈਗਾ ਆਪਾਂ ਸਿਆਣੇ ਹੁੰਨੇ ਆ ਫਿਰ ਪਤਾ ਲੱਗਦਾ ਲਾਈਫ ਦੇ ਐਕਸਪੀਰੀਐਂਸਿਸ ਨਾਲ ਕਿ ਉਹਨਾਂ ਚੀਜ਼ਾਂ ਨੂੰ ਡੀਲ ਕਰਨਾ ਜ਼ਰੂਰੀ ਆ ਜੇ ਆਪਾਂ ਨੂੰ ਦਬਾ ਕੇ ਰੱਖੀਏ ਤੇ ਫਿਰ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਬਾਅਦ ਦੇ ਵਿੱਚ ਉਹ ਸੋਚਾਂ ਉਹ ਖਿਆਲ ਆਉਂਦੇ ਰਹਿੰਦੇ ਆ ਉਹੀ ਰਹਿੰਦੇ ਆ ਦਿਮਾਗ ਦੇ ਵਿੱਚ ਮਨ 'ਚ ਤੇ ਪਤਾ ਨਹੀਂ ਲੱਗਦਾ ਕਿ ਵੀ ਕਸੂਰ ਕਿਹਦਾ ਸੀਗਾ ਤੇ ਮੈਨੂੰ ਵੀ ਨਹੀਂ ਪਤਾ ਕਸੂਰ ਕਿਹਦਾ ਸੀਗਾ ਹਨਾ ਉਂਗਲਾ ਕਰਨ ਨੂੰ ਤੇ ਮੈਂ ਕਹਿ ਸਕਦੀ ਕਿ ਮੇਰੇ ਡੈਡੀ ਪੀਂਦੇ ਸੀਗੇ ਬਹੁਤ ਜ਼ਿਆਦਾ ਤੇ ਜਦੋਂ ਪੀਂਦੇ ਸੀਗੇ ਉਹਨਾਂ ਤੋਂ ਆਪਣਾ ਕ੍ਰੋਧ ਨਹੀਂ ਸੰਭਾਲ ਹੁੰਦਾ ਸੀਗਾ ਬਾਕੀ ਸਾਰਿਆਂ ਦਾ ਗੁੱਸਾ ਸਾਡੇ ਤੇ ਆ ਕੇ ਕੱਢਦੇ ਸੀਗੇ ਆਪਣੇ ਬੱਚਿਆਂ ਤੇ ਘਰ ਵਾਲੀ ਤੇ ਹਨਾ ਤੇ ਉਹ ਰੋਜ਼ ਦੀ ਸਾਡੀ ਕਹਾਣੀ ਸੀਗੀ ਵੀ ਜਾਂ ਤਾਂ ਦੂਏ ਤੀਏ ਦਿਨ ਜਾਂ ਤੇ ਪੁਲਿਸ ਉੱਥੇ ਹੋਣੀ ਸੀ ਸਾਡੇ ਘਰੇ ਜਾਂ ਐਂਬੂਲੈਂਸ ਆਈ ਹੁੰਦੀ ਸੀਗੀ ਤੇ ਪੁਲਿਸ ਵਾਲਿਆਂ ਨੂੰ ਸਾਡੇ ਸਾਰਿਆਂ ਦੇ ਨਾਂ ਵੀ ਪਤਾ ਸੀਗੇ ਕਿਉਂਕਿ ਆਮ ਗੱਲ ਹੋ ਗਈ ਸੀਗੀ ਕਿ ਇਹ ਤੇ ਨੋਰਮਲ ਹੀ ਆ ਇਹ ਤੇ ਇਦਾਂ ਹੁੰਦਾ ਹੀ ਆ ਗੁਆਂਢੀਆਂ ਨੂੰ ਵੀ ਪਤਾ ਸੀਗਾ ਕਿ ਜੀ ਇਹਨਾਂ ਦੇ ਘਰੇ ਰੌਲਾ ਪੈਂਦਾ ਆ ਤੇ ਫਿਰ ਕੋਈ ਨਾ ਕੋਈ ਗੱਲ ਹੋਈ ਹੋਊਗੀ ਕਿਸੇ ਨੇ ਪਰਵਾਹ ਨਹੀਂ ਕੀਤੀ ਮਦਦ ਕਰਨ ਦੇ ਲਈ ਰਿਸ਼ਤੇਦਾਰਾਂ ਨੂੰ ਵੀ ਪਤਾ ਸੀਗਾ ਸਭ ਤੋਂ ਦੁੱਖ ਵਾਲੀ ਗੱਲ ਮੈਨੂੰ ਸ਼ਾਇਦ ਇਹ ਲੱਗਦੀ ਹੈ ਕਿ ਵੀ ਰਿਸ਼ਤੇਦਾਰਾਂ ਨੂੰ ਪਤਾ ਸੀਗਾ ਜਿਹੜੇ ਵੱਡੇ ਸੀਗੇ ਜਿਨ੍ਹਾਂ ਨੂੰ ਆਪਾਂ ਸਿਆਣੇ ਕਹਿੰਦੇ ਆ ਹਨਾ ਪਰ ਉਹ ਵੀ ਚੁੱਪ ਰਹੇ ਉਹ ਤਮਾਸ਼ਾ ਦੇਖਦੇ ਰਹੇ ਹਨਾ ਤੇ ਕਈਆਂ ਨੂੰ ਸਗੋਂ ਮਜ਼ਾ ਆਉਂਦਾ ਸੀਗਾ ਉਹ ਜਾਣ ਕੇ ਮੇਰੇ ਡੈਡੀ ਨੂੰ ਇਦਾਂ ਦੀਆਂ ਗੱਲਾਂ ਕਰਦੇ ਸੀਗੇ ਸਾਡੇ ਬਾਰੇ ਵੀ ਤੇ ਵੀ ਤੇਰੇ ਬੱਚੇ ਤੇਰੀ ਗੱਲ ਨਹੀਂ ਮੰਨਦੇ ਹਨਾ ਤੇਰੇ ਮੁੰਡਿਆਂ ਦੇ ਵਿਆਹ ਨਹੀਂ ਹੋਏ ਜਾਂ ਇਦਾਂ ਨਹੀਂ ਹੋਇਆ ਮੇਰਾ ਮੁੰਡਾ ਤੇ ਆਹ ਕਰਦਾ ਹੈ ਤੇਰੇ ਮੁੰਡਿਆਂ ਨੂੰ ਕੀ ਗੱਲ ਆ ਹਨਾ ਜਾਂ ਤੇਰੀ ਕੁੜੀ ਆਹ ਨਹੀਂ ਕਰਦੀ ਉਹ ਕਰਦੀ ਆ ਇਹਨੂੰ ਮੈਂ ਉੱਥੇ ਦੇਖਿਆ ਸੀਗਾ ਹਨਾ ਉਹੋ ਜਿਹੀਆਂ ਗੱਲਾਂ ਉਹਨਾਂ ਨੇ ਹੋਰ ਵਧਾਈ ਸਾਡੀ ਸਿਚੁਏਸ਼ਨ ਸਾਡੇ ਦੁੱਖ ਨੂੰ ਵਧਾਇਆ ਤੇ ਕਸੂਰ
ਕਿਹਦਾ ਹੋਊਗਾ। ਮੈਂ ਹੁਣ ਜਦੋਂ ਸੋਚਦੀ ਹਾਂ, ਜਿੱਦਾਂ ਮੇਰਾ ਡੈਡੀ ਦਾ ਪੱਖ ਜਿਹੜਾ ਸੀ ਉਹ ਵੀ ਬਹੁਤ ਦੁਖੀ ਸੀ। ਉਹਨਾਂ ਦੇ ਖੁਦ ਦੇ ਭੈਣ ਭਰਾਵਾਂ ਨੇ ਉਹਨਾਂ ਨੂੰ ਠੱਗਿਆ, ਉਹਨਾਂ ਨਾਲ ਬਹੁਤ ਬੇਇਨਸਾਫੀ ਕੀਤੀ, ਸਾਰਾ ਕੁਝ ਉਹਨਾਂ ਦਾ ਕਮਾਇਆ ਬੇਸਿਕਲੀ ਖੋਹ ਲਿਆ। ਤੇ ਉਸ ਚੀਜ਼ ਦਾ ਦੁੱਖ, ਦਾ ਬਿਟਰੇਅਲ ਹੈ ਨਾ, ਉਹ ਸਹਿ ਨਹੀਂ ਸਕੇ। He tried to make a new life, he tried to have his own family, ਪਰ ਕਿਉਂਕਿ ਉਹਨਾਂ ਨੇ ਆਪਣਾ ਦੁੱਖ ਦਬਾਇਆ ਸੀਗਾ, ਸ਼ਰਾਬ ਦੇ ਨਾਲ ਉਹਨਾਂ ਨੂੰ ਥੋੜਾ ਜਿਹਾ ਸਾਹ ਮਿਲਦਾ ਸੀਗਾ ਉਹ ਦੁੱਖ ਤੋਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸੀਗਾ ਜਦੋਂ ਨਸ਼ਾ ਉਹਨਾਂ ਨੂੰ ਚੜ ਜਾਂਦਾ ਉਸ ਤੋਂ ਬਾਅਦ ਚ ਕੀ ਹੁੰਦਾ। ਤੇ ਉਹ ਦੁੱਖ ਸਾਨੂੰ ਭੁਗਤਣਾ ਪਿਆ ਬਚਪਨੇ ਚ, ਤੇ ਪੂਰੀ ਜ਼ਿੰਦਗੀ ਦੇ ਵਿੱਚ, ਹੈ ਨਾ। ਮੰਮੀ ਦੀ ਜ਼ਿੰਦਗੀ I don't know, ਮੈਂ ਜਦੋਂ ਦੇਖਦੀ ਹਾਂ, ਜਦੋਂ ਦਾ ਉਹਨਾਂ ਦਾ ਵਿਆਹ ਹੋਇਆ ਉਹਨਾਂ ਦੀ ਜ਼ਿੰਦਗੀ ਤੇ ਖਤਮ ਹੋ ਗਈ। ਤੇ ਕਹਿ ਕੇ ਦੁੱਖ ਲੱਗਦਾ, ਸੋਚ ਕੇ ਵੀ ਦੁੱਖ ਲੱਗਦਾ ਆ, ਪਰ ਮੈਨੂੰ ਤੇ ਇਹੀ ਲੱਗਦਾ she did it for her kids, ਸਾਡਾ ਸੋਚ ਕੇ ਹੰਡਾਉਂਦੇ ਰਹੇ, ਹਨਾ। ਉਹਨਾਂ ਨੇ ਟਾਈਮ ਕੱਢ ਲਿਆ, ਕਦੇ ਨਹੀਂ ਉਹਨਾਂ ਨੇ ਮੰਮੀ ਨੇ ਆਪਣੇ ਮਾਪਿਆਂ ਨੂੰ ਫੋਨ ਕਰਕੇ ਕਿਹਾ ਵੀ ਮੈਨੂੰ ਇੱਥੋਂ ਕੱਢੋ, ਮੈਨੂੰ ਕਿੱਥੇ ਫਸਾਤਾ। ਇਹ ਵੀ ਨਹੀਂ ਦੱਸਿਆ ਕਿ ਮੇਰੇ ਨਾਲ ਆਹ ਹੋ ਰਿਹਾ। ਉਹਨਾਂ ਨੂੰ ਕਈ ਸਾਲਾਂ ਬਾਅਦ ਪਤਾ ਲੱਗਿਆ, ਬਹੁਤ ਸਾਲਾਂ ਬਾਅਦ, ਤੇ ਫਿਰ ਵੀ ਉਹਨਾਂ ਨੂੰ ਇੰਨੀ ਸਮਝ ਨਹੀਂ ਸੀਗੀ ਵੀ ਐਕਚੁਅਲੀ how bad the situation is। ਤੇ ਉਹਨਾਂ ਨੂੰ ਲੱਗਦਾ ਸੀਗਾ it's just ਤਮਾਸ਼ਾ, it's my dad's just one of those people that likes to create a commotion, and with that family that you want to stay away from, so they didn't care। ਤੇ ਉਦੋਂ ਫਿਰ ਜਿੱਦਾਂ ਜਿਹੜੇ ਰਿਸ਼ਤੇ ਦੀਆਂ ਗੰਢਾਂ ਟੁੱਟ ਗਈਆਂ, ਕਿਉਂਕਿ ਮੈਨੂੰ ਸਮਝ ਨਹੀਂ ਲੱਗ ਰਹੀ ਸੀਗੀ। ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਫਰਜ਼ ਸੀਗਾ ਕਿ ਵੀ ਉਹਨਾਂ ਨੇ ਅੱਗੇ ਹੋ ਕੇ ਮਦਦ ਕਰਨੀ, ਵੀ ਪਰਿਵਾਰ ਦਾ ਮਤਲਬ ਇਹ ਹੁੰਦਾ ਆ। ਪਰ ਉਹ ਉਦੋਂ ਹੀ ਦੇਖਦੇ ਸੀਗੇ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਸੀਗੀ ਉਹਨਾਂ ਨੂੰ, ਜਾਂ ਤਾਂ ਨਹੀਂ ਦੇਖਦੇ ਸੀਗੇ, ਜਾਂ ਜਦੋਂ ਉਹਨਾਂ ਨੇ ਆ ਕੇ ਸਾਨੂੰ ਲੈਕਚਰ ਮਾਰਨੇ ਸੀਗੇ, ਹੈ ਨਾ, ਸਾਡੇ ਪਰਿਵਾਰ ਨੂੰ, ਕਿ ਤੁਸੀਂ ਤੁਹਾਡਾ ਪਰਿਵਾਰ ਇੰਨਾ ਖਰਾਬ ਹੋ ਰਿਹਾ, ਤੁਸੀਂ ਆਹ ਕਰ ਰਹੇ, ਇੱਦਾਂ ਕਰੋ ਉੱਦਾਂ ਕਰੋ, ਲੈਕਚਰ ਮਾਰਨ ਆ ਜਾਂਦੇ ਸੀਗੇ। ਉਹ ਗੱਲਾਂ ਵੀ ਨਹੀਂ ਚੰਗੀਆਂ ਲੱਗਦੀਆਂ ਸੀਗੀਆਂ, ਕਿਉਂਕਿ ਅਸਲ ਦੇ ਵਿੱਚ ਕੋਈ ਮਦਦ ਨਹੀਂ ਕਰ ਰਿਹਾ ਸੀਗਾ, ਕਿਉਂਕਿ ਮਿਹਨਤ ਕਰਨ ਨੂੰ ਰਾਜੀ ਨਹੀਂ ਸੀਗੇ। ਸੋ ਸਾਨੂੰ ਔਖੇ ਸੌਖੇ ਹੋ ਕੇ ਸਮਾਂ ਕੱਟਣਾ ਪਿਆ। We didn't have a choice। So ਜਦੋਂ I think 15-16 ਸਾਲਾਂ ਦੀ ਸੀਗੀ ਮੈਂ, ਹੈ ਨਾ, ਉਦੋਂ ਮੇਰਾ ਖੁਦ ਦਾ ਕ੍ਰੋਧ ਵੀ ਬਹੁਤ ਜ਼ਿਆਦਾ ਵੱਧ ਰਿਹਾ ਸੀਗਾ, ਤੇ ਸਕੂਲੇ ਲੜਾਈਆਂ ਹੁੰਦੀਆਂ ਸੀਗੀਆਂ, ਜਾਂ ਰੇਸਿਜ਼ਮ ਵੀ ਬਹੁਤ ਸੀਗਾ ਮਾਹੌਲ ਦੇ ਵਿੱਚ ਸਾਡੇ ਜਿੱਥੇ ਅਸੀਂ ਰਹਿੰਦੇ ਸੀਗੇ। So it was just normal to use my anger as a way to deal with things, ਹੈ ਨਾ, to protect myself, but also to channel the rage within me, because ਮੈਂ ਹੋਰ ਕਿਤੇ ਗੱਲ ਕਰਨ ਜੋਗੀ ਹੈ ਨਹੀਂ ਸੀਗੀ। ਤੇ ਉਦੋਂ ਮੈਨੂੰ ਸਮਝ ਲੱਗੀ ਕਿ ਵੀ I don't want to be separate from my family। ਉਹ ਤੋਂ ਪਹਿਲੋਂ ਖਿਆਲ ਆਉਂਦੇ ਸੀਗੇ ਵੀ ਜਦੋਂ ਮੈਂ 16 ਸਾਲਾਂ ਦੀ ਹੋ ਗਈ ਮੈਂ ਛੱਡ ਕੇ ਭੱਜ ਜਾਣਾ, ਕਿਉਂਕਿ ਹੋਰ ਕੋਈ ਰਾਹ ਦਿਖ ਨਹੀਂ ਰਿਹਾ ਸੀਗਾ। ਤੇ ਮੈਂ ਸੋਚਿਆ, ਡਰ ਲੱਗਦਾ ਸੀਗਾ ਵੀ ਮੈਨੂੰ ਵੀ ਇੱਦਾਂ ਸਾਰੀ ਉਮਰ ਕੱਢਣੀ ਪੈਣੀ ਜਿੱਦਾਂ ਮੰਮੀ ਨੇ ਕੱਢੀ ਆ। ਸੋ ਉਦੋਂ ਜਦੋਂ ਮੈਨੂੰ ਥੋੜਾ ਜਿਹਾ ਹੋਸ਼ ਆਇਆ ਕਿ ਅਸਲ ਦੇ ਵਿੱਚ ਜੇ ਮੈਂ ਇਕੱਲੀ ਆ, ਪਰਿਵਾਰ ਤੋਂ ਬਿਨਾਂ ਤੇ ਹੈ ਕੌਣ ਮੇਰੇ ਲਈ, ਕੋਈ ਨਹੀਂ ਹੈਗਾ। ਮੈਂ ਆਪਣੇ ਸਹੇਲੀਆਂ ਦੇ ਘਰੇ ਜਾ ਕੇ ਰਹਿ ਨਹੀਂ ਸਕਦੀ, ਮੈਂ ਤੇ ਆਪਣੇ ਭੂਆ ਚਾਚੇ ਤਾਇਆਂ ਦੇ ਜੋ ਵੀ ਹੈਗੇ ਆ ਉਹਨਾਂ ਕੋਲ ਵੀ ਨਹੀਂ ਜਾ ਸਕਦੀ। ਸੋ ਮੈਂ ਕਿੱਥੇ ਜਾਊਂਗੀ। that this is it, this is what I have to stick through, I have to survive it। ਤੇ ਫਿਰ ਉਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ, ਜੌਬ ਕਰ ਲਈ। ਸੋ there was a bit of a break, ਹੈ ਨਾ। ਫਿਰ ਥੋੜੀ ਜਿਹੀ ਹੋਰ ਸਮਝ ਆਉਣ ਲੱਗੀ, ਐਂਡ ਹੌਲੀ ਹੌਲੀ ਮੈਂ ਡੈਡੀ ਦਾ ਪੱਖ ਦੇਖਣਾ ਚਾਹੁੰਦੀ ਸੀਗੀ ਕਿ ਵੀ what caused him to become this person, ਕਿਉਂਕਿ ਉਹਨਾਂ 'ਚ ਚੰਗਿਆਈ ਵੀ ਬਹੁਤ ਸੀਗੀ। ਅੱਜ ਜੇ ਮੈਂ ਸਿੱਖਿਆ, ਉਹ ਪਹਿਲੀਆਂ ਜਿਹੜੀਆਂ ਮੇਰੀਆਂ ਉਹ ਜਿਹੜੇ ਬੀਜ ਹੈਗੇ ਆ ਉਹ ਡੈਡੀ ਨੇ ਬੀਜੇ ਸੀਗੇ। ਜੇ ਮੈਂ ਪੰਜਾਬੀ ਬੋਲ ਸਕਦੀ ਹਾਂ ਉਹ ਇਸ ਕਰਕੇ ਆ ਕਿਉਂਕਿ ਡੈਡੀ ਕਹਿੰਦੇ ਸੀਗੇ, ਸਖਤੀ ਨਾਲ ਕਹਿੰਦੇ ਸੀਗੇ, ਪਰ ਜੇ ਉਹ ਨਾ ਕਹਿੰਦੇ ਤੇ ਮੈਂ ਅੱਜ ਪੰਜਾਬੀ ਬੋਲਣ ਜੋਗੀ ਨਾ ਹੁੰਦੀ, ਵੀ ਘਰ 'ਚ ਪੰਜਾਬੀ ਬੋਲਣੀ ਆ, ਬਾਹਰ ਤੁਸੀਂ ਇੰਗਲਿਸ਼ ਬੋਲ ਲਓ,
ਪਰ ਘਰ ਦੇ ਵਿੱਚ ਪੰਜਾਬੀ ਬੋਲਣੀ ਆ। ਮੇਰੇ ਡੈਡ ਵੀ ਐਂ ਕਹਿੰਦੇ ਹੁੰਦੇ ਸੀਗੇ ਕਿ ਤੇ ਆਲਵੇਜ਼ ਮਜ਼ਾਕ ਵੀ ਐਂ ਕਰਨਾ, ਜਿਵੇਂ ਕੋਈ ਵੀ ਗੱਲ ਇੰਗਲਿਸ਼ ਦੇ ਵਿੱਚ ਕਹਿਤੀ ਕਹਿਣਾ ਮੈਨੂੰ ਸਮਝ ਨਹੀਂ ਆਈ। ਪੂਰੀ ਸਮਝ ਸੀਗੀ ਪਰ ਫਿਰ ਵੀ ਪੰਜਾਬੀ ਦੇ ਵਿੱਚ ਐਕਸਪਲੇਨ ਕਰਨਾ ਪੈਂਦਾ ਸੀ, ਸੋ ਇਹ ਵੀ ਗੱਲ ਮੈਨੂੰ ਯਾਦ ਆ। ਬਿਲਕੁਲ। ਤੇ ਉਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਸਮਝ ਨਹੀਂ ਹੁੰਦੀ, ਚੰਗਾ ਨਹੀਂ ਲੱਗਦਾ ਹਨਾ ਕਿ ਵੀ ਕਿਉਂ ਸਾਨੂੰ ਪੰਜਾਬੀ ਬੋਲਣੀ ਪੈ ਰਹੀ ਆ ਹਨਾ। ਐਂਡ ਬਾਅਦ ਦੇ ਵਿੱਚ ਆ ਕੇ ਪਤਾ ਲੱਗਦਾ ਆ ਹਨਾ। ਸੋ they say there's method behind the madness. It doesn't justify it ਹਨਾ, ਪਰ ਜੇ ਆਪਾਂ ਖੁਦ ਦਾ ਪੱਖ ਹੀ ਦੇਖੀਏ ਕਿ ਵੀ ਮੈਂ ਸਹੀ ਆ, ਮੇਰੀ ਸੋਚ ਸਹੀ ਆ, ਮੇਰੇ ਵਿਚਾਰ ਸਹੀ ਆ ਤੇ ਮੇਰੇ ਮਾਪੇ ਗਲਤ ਸੀਗੇ, ਜਾਂ ਦੂਸਰਾ ਬੰਦਾ ਗਲਤ ਸੀਗਾ ਤੇ ਉਹ ਵੀ ਨਹੀਂ ਸਹੀ। ਕਿਉਂਕਿ ਦਇਆ ਜਿਹੜੀ ਹੈਗੀ ਆ, ਦਇਆ ਦੇ ਵਿੱਚ ਸੁਣੀਏ ਦਾ ਪੱਖ ਬਹੁਤ ਵੱਡਾ ਆ। ਜਦੋਂ ਆਪਾਂ ਕਿਸੇ ਨਾਲ ਦੁੱਖ ਸੁੱਖ ਕਰਨਾ ਆ, ਗੁਰਬਾਣੀ ਚ ਮਹਾਰਾਜ teaches us ਵੀ ਗਾਵੀਏ ਤੇ ਸੁਣੀਏ। These are big things. ਗਾਵੀਏ ਦਾ ਮਤਲਬ ਇਹੀ ਨਿਗਾ ਕਿ ਗਾਉਣਾ, that's not the only meaning. ਗਾਵੀਏ ਦਾ ਮਤਲਬ ਹੈਗਾ ਜਦੋਂ ਤੁਸੀਂ ਸਾਹ ਵੀ ਲੈਂਦੇ ਆ, ਹੋਕਾ ਲੈਂਦੇ ਆ, ਉਹਦੇ ਚ ਇੱਕ ਅਹਿਸਾਸ ਆ। ਜਦੋਂ ਤੁਸੀਂ ਅਹਿਸਾਸ ਨੂੰ ਬਾਹਰ ਕੱਢਦੇ ਆ, ਉਹ ਹੁੰਦਾ ਗਾਵੀਏ। ਸੁਣੀਏ ਦਾ ਉਹ ਮਤਲਬ ਹੁੰਦਾ ਜਦੋਂ ਤੁਸੀਂ ਖੁਦ ਨੂੰ ਵੀ ਸੁਣਦੇ ਆ ਕਿ ਮੇਰੇ ਅੰਦਰ ਕੀ ਹੋ ਰਿਹਾ, ਤੇ ਦੂਸਰਿਆਂ ਨੂੰ ਵੀ ਸੁਣਨ ਦੀ ਸ਼ਕਤੀ ਰੱਖਦੇ ਆ ਕਿ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਮੈਂ ਇੱਥੇ ਬੈਠ ਕੇ ਤੁਹਾਨੂੰ ਲੈਕਚਰ ਨਹੀਂ ਮਾਰੂੰਗੀ, ਪਰ ਮੈਂ ਤੁਹਾਡੀ ਗੱਲ ਸੁਣ ਲੂੰਗੀ, ਤੁਹਾਡੀ ਮਦਦ ਕਰਨ ਨੂੰ ਮੈਂ ਤਿਆਰ ਆ ਹਨਾ। ਤੇ ਉਹ ਚੀਜ਼ਾਂ ਹੌਲੀ ਹੌਲੀ ਮੈਨੂੰ ਸਮਝ ਲੱਗੀ ਹੈ ਕਿ ਵੀ ਇਹਨਾਂ ਦਾ ਮਤਲਬ ਕੀ ਆ। ਸਾਡੇ ਘਰ 'ਚ ਉਹੋ ਜਿਹਾ ਮਾਹੌਲ ਨਹੀਂ ਸੀਗਾ ਜਿੱਥੇ ਅਸੀਂ ਇੱਕ ਦੂਸਰੇ ਨਾਲ ਬੈਠ ਕੇ ਗੱਲ ਕਰ ਸਕਦੇ। ਆਈ ਡੋਂਟ ਥਿੰਕ ਕਦੇ ਵੀ ਅਸੀਂ ਸਾਰਿਆਂ ਨੇ ਬੈਠ ਕੇ ਇਕੱਠਿਆਂ ਨੇ ਕੋਈ ਗੱਲ ਕੀਤੀ ਹੋਊਗੀ। ਐਂਡ ਈਵਨ ਜਿਵੇਂ ਤੁਸੀਂ ਸ਼ੇਅਰ ਕਰਦੇ ਹੋ ਲਾਈਕ ਘਰ ਦੇ ਵਿੱਚ ਗੱਲ ਕਰਨੀ ਤਾਂ ਆਲਰੇਡੀ ਡਿਫਿਕਲਟ ਸੀਗੀ, ਔਰ ਇੰਨੇ ਲੇਅਰਸ ਹੈਗੇ ਆ ਰਾਈਟ, ਜਿਵੇਂ ਤੁਸੀਂ ਐਕਸਪਲੇਨ ਕੀਤਾ। ਐਂਡ ਅੱਜ ਵੀ ਸਮਝ ਦੇ ਵਿੱਚ ਵੀ ਜਿੰਨਾ ਵੀ ਤੁਸੀਂ ਦੁੱਖ ਸਹਿਆ ਜਾਂ ਫੈਮਿਲੀ ਨੇ ਦੁੱਖ ਸਹਿਆ, ਤੁਸੀਂ ਫਿਰ ਵੀ ਇੱਕ ਦੂਜੇ ਦਾ ਗੁੱਡ ਵੀ ਦੇਖ ਰਹੇ ਹੋ ਕਿ ਉਹਨਾਂ ਦੇ ਫੈਮਿਲੀ ਦੇ ਵਿੱਚ ਰੋਲ ਕੀ ਸੀਗਾ। ਉਹਨਾਂ ਦੇ ਗੁੱਡ ਐਲੀਮੈਂਟਸ ਵੀ ਹੁੰਦੇ ਆ, ਬੈਡ ਐਲੀਮੈਂਟਸ ਵੀ ਹੁੰਦੇ ਆ। ਪਰ ਇੱਕ ਗੱਲ ਹੈਗੀ ਆ ਜਿਹੜਾ ਤੁਸੀਂ ਸੋ ਫਾਰ ਦੇ ਐਕਸਪੀਰੀਅੰਸ ਦੇ ਵਿੱਚ ਦੱਸਿਆ ਕਿ ਸੋਨੂੰ ਸ਼ਾਇਦ ਘਰੋਂ ਨਾ ਮਦਦ ਮਿਲੀ ਰਾਈਟ, ਬਿਕਾਜ਼ ਸਾਰੇ ਸਟਰਗਲ ਕਰ ਰਹੇ ਸੀ। ਸ਼ਾਇਦ ਤੁਸੀਂ ਡਰਦੇ ਸੀ ਕਿ ਜੇ ਸੋਸ਼ਲ ਸਰਵਿਸਿਜ਼ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਬਾਹਰ ਲੈ ਜਾਣਾ। ਐਂਡ ਉਹਦੇ ਉੱਤੇ ਵੀ ਅਸੀਂ ਐਪੀਸੋਡ ਕੀਤਾ ਸੋਸ਼ਲ ਸਰਵਿਸਿਜ਼ ਦੇ ਨਾਲ ਕਿ ਉਹਨਾਂ ਦਾ ਰੋਲ ਕੀ ਹੁੰਦਾ। ਸੋ ਐਨੀ ਵਿਊਅਰਸ ਅੱਜ ਦੇਖ ਰਹੇ ਆ ਉਹ ਐਪੀਸੋਡ ਦੇਖ ਸਕਦੇ ਆ ਮੋਰ ਇਨਫੋਰਮੇਸ਼ਨ ਲਈ। ਪਰ ਆਈ ਥਿੰਕ ਅੱਜ ਦਾ ਫੋਕਸ ਇਨ ਆਰ ਕਨਵਰਸੇਸ਼ਨ ਹੈਗੀ ਆ ਕਿ ਆਪਾਂ ਆਪਣੀ ਫੈਮਿਲੀ ਘਰ ਦੇ ਵਿੱਚ ਵੀ ਹੁੰਦੀ ਆ, ਪਰ ਆਪਣੇ ਹੁਣ ਵੱਡੇ ਵੀ ਹੁੰਦੇ ਆ ਘਰਾਂ ਦੇ ਵਿੱਚ ਜਿਨ੍ਹਾਂ ਕੋਲ ਆਪਾਂ ਜਾ ਸਕਦੇ ਹਾਂ ਜੇ ਘਰ ਦੇ ਵਿੱਚ ਮਾਹੌਲ ਸਹੀ ਨਹੀਂ ਹੈਗਾ। ਤੇ ਬਹੁਤ ਦੁੱਖ ਲੱਗਦਾ ਸੁਣਨ ਲਈ ਕਿ ਉਹ ਤੁਹਾਡੇ ਕੋਲ ਆਪਸ਼ਨ ਨਹੀਂ ਸੀਗੀ। ਤੁਸੀਂ ਆਦੇ ਫੈਮਿਲੀ ਦੇ ਵਿੱਚ ਆਦੇ ਮਾਸੀਆਂ ਤਾਏ ਮਾਮਾ ਜੀ ਹੁਣੀ ਜਾਂ ਜਿਹੜੇ ਵੀ ਵੱਡੇ ਹੈਗੇ ਆ ਜਿਨ੍ਹਾਂ ਕੋਲ ਆਪਾਂ ਜਾ ਕੇ ਕਈ ਵਾਰ ਕਹਿ ਸਕਦੇ ਹਾਂ ਕਿ ਸਾਡੇ ਘਰ ਦੇ ਵਿੱਚ ਟਰਬਲ ਹੈਗੀ ਆ, ਬਿਕਾਜ਼ ਇਹ ਗੱਲ ਉਹਦੇ ਵਿੱਚ ਇੰਨੀ ਸ਼ਰਮ ਹੈਗੀ ਆ, ਇੰਨੀ ਦਬਾ ਕੇ ਰੱਖੀ ਹੁੰਦੀ ਆ, ਉਹਦੇ ਇੰਨੇ ਲੇਅਰਸ ਹੁੰਦੇ ਆ ਕਿ ਆਪਾਂ ਆਦੇ ਪਰਿਵਾਰ ਦੇ ਵਿੱਚ ਵੀ ਨਹੀਂ ਸਹਾਰਾ ਲੱਭ ਸਕਦੇ। ਐਂਡ ਇਹ ਇਕੱਲੀ ਤੁਹਾਡੀ ਸਟੋਰੀ ਨਹੀਂ ਹੈਗੀ, ਬਹੁਤ ਜਾਣਿਆਂ ਦੀ ਕਹਾਣੀ ਹੈਗੀ ਆ। ਤੇ ਆਪਾਂ ਸੋਚਦੇ ਆ ਪਤਾ ਨਹੀਂ ਜੇ ਉਸ ਟਾਈਮ ਤੁਸੀਂ ਸੋਚਿਆ ਹੁੰਦਾ ਕਿ ਇਹ ਸਿਰਫ ਤੁਹਾਡੇ ਨਾਲ ਹੋ ਰਿਹਾ, ਹੋਰ ਕਿਸੇ ਨਾਲ ਨਹੀਂ ਹੋ ਰਿਹਾ। ਕਿ ਸੋਚ ਦੇ ਵਿੱਚ ਅਸੀਂ ਜਿਹੜਾ ਕੰਮ ਕਰ ਰਹੇ ਹਾਂ, ਬਹੁਤ ਜਾਣੇ ਡੋਮੈਸਟਿਕ ਵਾਇਲੈਂਸ ਦੇ ਨਾਲ ਸਟਰਗਲ ਕਰ ਰਹੇ ਆ। ਤੇ ਡੋਮੈਸਟਿਕ ਵਾਇਲੈਂਸ ਕੱਲੀ ਇਹ ਨਹੀਂ ਹੁੰਦੀ ਕਿ ਕੁੱਟਣਾ, ਗਾਲਾਂ ਕੱਢਣੀਆਂ, ਜਿਵੇਂ ਤੁਸੀਂ ਐਕਸਪਲੇਨ ਕੀਤਾ। ਮਾਹੌਲ ਘਰ ਦੇ ਵਿੱਚ ਸੇਫ ਨਹੀਂ ਹੈਗਾ, ਆਲਵੇਜ਼ ਲੜਾਈਆਂ ਹੁੰਦੀਆਂ, ਸਾਨੂੰ ਅੰਦਰੋਂ ਡਰਨਾ ਮਹਿਸੂਸ ਹੁੰਦਾ, ਗੁੱਸਾ ਹੁੰਦਾ, ਕੋਈ ਸਾਨੂੰ ਖਾਣ ਨੂੰ ਨਹੀਂ ਟਾਈਮ ਨਾ ਦੇ ਰਿਹਾ, ਤੁਹਾਡੀ ਦੇਖਭਾਲ ਨਹੀਂ ਕਰ ਰਿਹਾ। ਡੋਮੈਸਟਿਕ ਵਾਇਲੈਂਸ ਦੇ ਵਿੱਚ ਕੱਲਾ ਆਪਾਂ ਉਹ ਸੋਚਦੇ ਆ ਵਾਇਲੈਂਸ ਉਹ ਆ ਜਦੋਂ ਕਿਸੇ ਨੇ ਮਾਰਿਆ, ਪਰ ਜਿਹੜੇ ਸਿਚੁਏਸ਼ਨ ਲੀਡ ਹੁੰਦੇ ਆ ਉਹ ਸਿਚੁਏਸ਼ਨ ਤੱਕ ਉਹ ਵੀ ਪਾਰਟ ਹੁੰਦਾ ਡੋਮੈਸਟਿਕ ਵਾਇਲੈਂਸ ਬਾਰੇ। ਸੋ ਇਹ ਗੱਲ ਹੈਗੀ ਆ ਤੁਹਾਡੇ ਐਕਸਪੀਰੀਅੰਸ ਨਾਲ ਕਿ ਕਹਿਣਾ ਚਾਹੁੰਦੇ ਆ ਕਿ ਆਪਣੀ ਕਮਿਊਨਿਟੀ ਦੇ ਵਿੱਚ ਹੁਣ ਜਿਵੇਂ ਜਿਹੜੇ ਤੁਸੀਂ ਕਹਿੰਦੇ ਹੋ ਫੈਮਿਲੀ ਆ ਕੇ ਹਾਸਾ ਉਡਾਉਂਦੇ ਸੀਗੇ, ਮਜ਼ਾਕ ਉਡਾਉਂਦੇ ਸੀਗੇ, ਜਾਂ ਉਹਨਾਂ ਨੇ ਕਿਉਂ ਨਹੀਂ ਮਦਦ ਕੀਤੀ, ਕਿਉਂ ਆ ਕੇ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ, ਕਿਉਂ ਹੋਰ ਸਿਚੁਏਸ਼ਨ ਨਹੀਂ ਐਕਸਪਲੋਰ ਕੀਤੇ, ਇਹ ਗੈਪ ਕਿਉਂ ਹੈਗਾ ਆ। ਤੇ ਹਜੇ ਤੱਕ ਵੀ ਹੈਗਾ, ਹਜੇ ਤੱਕ ਵੀ ਛੋਟੇ ਬੱਚੇ ਤੁਹਾਡੇ ਸਿਚੁਏਸ਼ਨ ਥਰੂ ਲਿਵ ਕਰ ਰਹੇ ਆ। ਐਂਡ ਜਦ ਤੁਸੀਂ ਗੱਲ ਕਰ ਰਹੇ ਸੀ ਜਸਵੀਰ
I was actually thinking about myself because ਜਿਹੜੀਆਂ ਤੁਸੀਂ ਗੱਲਾਂ ਕਹੀਆਂ I've also experienced it ਹਨਾ and ਜਦ ਤੁਸੀਂ ਗੱਲ ਕਰ ਰਹੇ ਸੀਗੇ ਮੈਂ ਇਹੀ ਸੋਚ ਰਹੀ ਸੀ ਕਿ ਜਿੱਦਾਂ ਮਨੀਤ ਨੇ ਕਿਹਾ there's so many layers and ਤੁਸੀਂ ਇੱਕ ਬਹੁਤ ਹੀ beautiful example ਦਿੱਤਾ unfortunate ਆ ਪਰ ਇੱਕ real example ਆ ਕਿ domestic violence ਨੂੰ ਲੈ ਕੇ ਬੱਚਿਆਂ ਦੀ ਮਾਨਸਿਕ ਸਿਹਤ ਤੇ ਬਹੁਤ ਅਸਰ ਪੈਂਦਾ ਆ ਅਤੇ ਇਹ ਬਹੁਤ ਹੀ complicated matter ਆ and sometimes ਜਦ ਅਸੀਂ ਆਪਣੇ ਸੋਚ ਦੇ ਵਿੱਚ ਕੰਮ ਕਰਦੇ ਆ ਲੋਕ ਇਹ ਕਹਿੰਦੇ ਆ ਸਾਡੀ ਕਮਿਊਨਿਟੀ ਦੇ ਲੋਕ ਇਹ ਕਹਿੰਦੇ ਆ ਕਿ ਇੱਕ ਕਲਚਰਲ ਅਪਰੋਚ ਚਾਹੀਦਾ ਆ because ਜੇ ਅਸੀਂ ਹੁਣ ਕੈਨੇਡਾ UK different western countries ਦੇ ਵਿੱਚ ਬੈਠੇ ਆ and ਅਸੀਂ ਕਿਸੇ ਨੂੰ ਦੱਸਦੇ ਆ ਜੇ ਉਹ ਸਾਊਥ ਏਸ਼ੀਅਨ ਨਹੀਂ ਹੁੰਦੇ sometimes response ਇਹ ਹੁੰਦਾ ਆ well why don't you get divorced or ਤੁਸੀਂ ਘਰ ਕਿਉਂ ਛੱਡ ਸਕਦੇ ਪਰ ਜਿੱਦਾਂ ਤੁਸੀਂ ਦੱਸਿਆ ਇੱਕ ਸਿੰਪਲ ਰਸਤਾ ਨਹੀਂ ਹੈਗਾ to navigate ਕਿੰਨੇ different layers ਹੁੰਦੇ ਆ ਜਿੱਦਾਂ ਮਨੀਤ ਨੇ ਵੀ ਹਾਈਲਾਈਟ ਕੀਤਾ ਕਿ ਤੁਸੀਂ ਆਪਣੇ ਡੈਡ ਦੇ positive aspects ਵੀ ਜਾਣਦੇ ਆ and ਉਹਨਾਂ ਦੇ flaws ਬਾਰੇ ਵੀ ਜਾਣਦੇ ਆ ਤੁਸੀਂ ਕਿੰਨੇ different reasons ਬਾਰੇ ਸੋਚਿਆ divorce ਹੋਵੇ ਜਾਂ ਨਾ ਹੋਵੇ so ਇਹ ਇੱਕ ਬਹੁਤ ਹੀ complicated issue ਹੈਗਾ ਆ and ਇੰਨਾ ਸੌਖਾ ਨਹੀਂ ਹੈਗਾ ਕਿਸੇ ਲਈ ਕਿ just you get up and you leave so I think sometimes that's where that empathy comes है ना because जब तुसी कह रहे सीगे कि we need to listen to other people's perspective and Gurbarni ਦੇ ਵਿੱਚ ਵੀ ਇੱਕ saying ਹੈ and I'm sorry ਕਿ ਜੇ ਮੈਂ ਗਲਤ ਕਹਿ ਰਹੀ ਹਾਂ but ਜਦ ਤੁਸੀਂ ਕਹਿ ਰਹੇ ਸੀਗੇ that's what I thought about ਕਿ something along the lines of ਮੈਂ ਨਹੀਂ ਚੰਗਾ ਬੁਰਾ ਨਾ ਕੋਏ right yeah so ਉਹੀ ਕਿ sometimes ਅਸੀਂ ਆਪਣੇ ਇੰਨੇ ego ਦੇ ਵਿੱਚ ਫਸ ਜਾਂਦੇ ਆ ਜਾਂ ਇਹ ਕੰਡੀਸ਼ਨਿੰਗ ਜਿਹੜੀ ਸੋਚ ਅਸੀਂ ਕੀਤੀ ਆਪਣੀ ਕਿ ਅਸੀਂ ਦੂਸਰੇ ਬੰਦੇ ਦੀ ਪਰਸਪੈਕਟਿਵ ਨਹੀਂ ਸੋਚ ਸਕਦੇ ਸੋ ਆਈ ਥਿੰਕ ਸਾਡਾ ਵੀ ਇਹੀ ਮੈਸੇਜ ਆ ਕਿ ਜੇ ਤੁਹਾਨੂੰ ਮਦਦ ਚਾਹੀਦੀ ਆ whether it's domestic violence any other mental health issue ਬਹੁਤ ਸਹਾਰਾ ਹੈਗਾ ਆ and unfortunately ਜੇ ਕਿਸੇ ਨੂੰ ਲੱਗਦਾ ਆ ਕਿ ਉਹਨਾਂ ਦੀ ਫੈਮਿਲੀ ਉਹਨਾਂ ਦਾ ਸਹਾਰਾ ਨਹੀਂ ਬਣ ਸਕਦੀ ਮੇਰਾ ਵੀ ਐਗਜ਼ਾਮਪਲ ਹੈਗਾ ਆ ਮਨੀਤ ਮੇਰੀ ਫਰੈਂਡ ਆ ਪਰ ਉਹ ਮੇਰੇ ਲਈ ਉਹ and ਉਹਦੀ family ਮੇਰੇ ਲਈ ਦੂਜੀ family ਬਣ ਚੁੱਕੀ ਆ because similar to you like ਸਾਡੇ ਵੀ family members ਸੀਗੇ ਉਹ ਆ ਜਾਂਦੇ ਸੀਗੇ lecture ਦੇਣ and ਇਹ ਇੱਕ negative ਗੱਲ ਨਹੀਂ ਆ ਕਿ ਸਾਡੀ community ਦੇ ਵਿੱਚ family interventions ਨੂੰ ਅਸੀਂ ਬਹੁਤ value ਦਿੰਦੇ ਆ ਪਰ ਜਦ ਉਹ ਨਹੀਂ ਕੰਮ ਕਰਦੇ we also have to seek other individuals ਜਿਨ੍ਹਾਂ ਦੇ ਰਾਹੀਂ ਅਸੀਂ ਆਪਣਾ ਸਹਾਰਾ ਬਣ ਸਕਦੇ ਆ So ਇਹ ਨਹੀਂ ਹੈ ਕਿ ਸਿਰਫ ਤੁਹਾਡੀ family ਆ ਤੁਹਾਡੇ co-workers ਤੁਹਾਡੀ community ਜੋ ਵੀ ਹੈਗਾ ਆ ਤੁਸੀਂ friend community we need is everything ਉਹ ਵੀ ਤੁਹਾਡਾ ਸਹਾਰਾ ਬਣ ਸਕਦੇ ਆ so even to think outside of that box I think ਉਹ ਵੀ ਇੱਕ important message ਹੈਗਾ ਆ ਬਿਲਕੁਲ ਸਹਾਰਾ ਬਹੁਤ ਜ਼ਰੂਰੀ ਹੁੰਦਾ ਆ ਤੇ ਮੈਨੂੰ ਚੰਗਾ ਲੱਗਦਾ ਕਿ ਤੁਹਾਡੇ ਕੋਲ ਇੱਕ ਦੂਸਰੇ ਦਾ ਸਹਾਰਾ ਸੀਗਾ ਉਹਨਾਂ ਦੇ ਨਾਲ ਪਰ ਕਈਆਂ ਦੇ ਲਈ ਨਹੀਂ ਹੁੰਦਾ ਤੇ ਫਿਰ like you said ਕਿ ਵੀ ਜਿਹੜੇ sorry you can cut that bit ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਵੀ ਇੱਕ ਦੂਸਰੇ ਦੀ ਮਦਦ ਕਰਨੀ ਹੈ ਨਾ ਜਦੋਂ ਤੁਸੀਂ ਇਕੱਲੇ ਹੁੰਦੇ ਆ ਤੇ ਤੁਹਾਨੂੰ ਪਤਾ ਆ ਕਿ ਕੋਈ ਦੂਸਰਾ ਸਮਝਦਾ ਨਹੀਂ ਕਿਉਂਕਿ ਸਾਡੇ ਮਾਹੌਲ ਦੇ ਵਿੱਚ ਉਦੋਂ ਆਲੇ ਦੁਆਲੇ ਕਿਸੇ ਦੇ ਘਰ 'ਚ ਨਹੀਂ ਆਹ ਹੋ ਰਿਹਾ ਸੀਗਾ ਜੋ ਮੇਰੇ ਘਰ 'ਚ ਹੋ ਰਿਹਾ ਸੀਗਾ ਤੇ ਮੈਨੂੰ ਨਹੀਂ ਇਹ ਮਹਿਸੂਸ ਹੋਇਆ ਕਿ ਵੀ ਹੋਰਾਂ ਨਾਲ ਵੀ ਹੁੰਦਾ ਮੈਨੂੰ ਇਹ ਨਹੀਂ ਲੱਗਿਆ ਕਿ ਇਹ ਆਮ ਗੱਲ ਆ ਮੈਨੂੰ ਲੱਗਿਆ ਸੀ ਕਿ ਵੀ ਇਹ ਸਾਡੇ ਘਰ 'ਚ ਹੀ ਆ ਤੇ ਸਾਡੇ 'ਚ ਹੀ ਕੋਈ ਕਮੀ ਹੋਣੀ ਆ ਕਿ ਵੀ ਸਾਡੇ ਘਰ 'ਚ ਆ ਹਨਾ ਬਾਕੀ ਤੇ ਸਾਰੇ ਬੜੇ ਖੁਸ਼ ਆ ਇਕੱਠੇ ਜਾਂਦੇ ਆ ਪਰਿਵਾਰਾਂ 'ਚ ਜਦੋਂ ਗੁਰਦੁਆਰੇ ਜਾਣਾ ਜਾਂ ਬਾਹਰ ਸ਼ਾਪਿੰਗ ਜਾਣਾ ਜਾਂ ਕਿਤੇ ਵੀ ਜਾਣਾ ਹਨਾ ਪਰ ਸਾਡੇ ਘਰ 'ਚ ਨਹੀਂ ਇਹ ਚੀਜ਼ ਹੈਗੀ and ਇਹ ਵੀ ਇੱਕ normal ਸੋਚ ਆ ਹਨਾ because ਜਦ ਤੁਸੀਂ ਕੋਈ ਵੀ situation ਦੇ ਵਿੱਚ ਹੁੰਦੇ ਆ ਤੁਹਾਨੂੰ ਲੱਗਦਾ ਕਿ ਤੁਸੀਂ ਸਿਰਫ you're dealing with that and ਮੈਂ ਵੀ ਇਹ experience ਕੀਤਾ ਹਨਾ ਕਿ ਸਿਰਫ ਸਾਡੇ ਘਰ ਦੇ ਵਿੱਚ ਹੀ ਕਲੇਸ਼ ਹੁੰਦਾ ਆ ਬਾਕੀ ਸਾਰੇ ਕਿੰਨੇ ਬਾਹਰੋਂ ਅੱਛੇ ਲੱਗਦੇ ਆ but you also don't know ਕਿ ਸ਼ਾਇਦ ਦੂਸਰੇ ਲੋਕਾਂ ਦੇ ਘਰ ਵੀ ਇਹ ਹੋ ਰਿਹਾ ਆ ਪਰ ਉਹ ਵੀ ਅੱਗੇ ਜਾ ਕੇ ਕਿਸੇ ਦੇ ਨਾਲ ਗੱਲ ਨਹੀਂ ਕਰ ਰਹੇ because of guilt, shame ਜੋ ਮਰਜੀ ਆ ਹਨਾ so I think ਇਹ ਵੀ ਦੇਖਿਆ ਹੋਇਆ like ਆਪਣੀ community ਦੇ ਵਿੱਚ ਆਪਾਂ ਬਾਹਰਲੀ ਦੁਨੀਆ ਨੂੰ ਬਹੁਤ ਕੁਝ ਦਿਖਾ ਸਕਦੇ ਹਾਂ ਕਿ ਸਾਰਾ ਕੁਝ ਠੀਕ ਆ and ਇਹ ਅਸੀਂ ਕਹਿ ਸਕਦੇ ਹਾਂ ਸਾਡੇ ਸੋਚ ਦੇ ਕੰਮ ਦੇ ਵਿੱਚ and especially ਮਾਨਸਿਕ ਸਿਹਤ ਹੈ ਨਾ ਜੇ
ਅੰਦਰ ਨਹੀਂ ਸਾਨੂੰ ਪਤਾ ਕਿਸੇ ਦੇ ਦਿਮਾਗ ਦੇ ਵਿੱਚ ਕੀ ਹੋ ਰਿਹਾ, ਉਹ ਕੀ ਮਹਿਸੂਸ ਕਰ ਰਿਹਾ, ਉਹਨਾਂ ਦੇ ਕਿਹੜੇ ਥਾਟਸ ਹੈਗੇ ਆ। ਤੇ ਕਈ ਵਾਰ ਆਪਾਂ ਆਲਵੇਜ਼ ਆਪਾਂ ਸੇਇੰਗ ਸੁਣੀ ਹੋਈ ਆ ਕਿ ਲੋਕ ਕੀ ਕਹਿਣਗੇ, ਤੇ ਲੋਕਾਂ ਲਈ ਆਪਾਂ ਦਿਖਾਵਾ ਬਹੁਤ ਵਧੀਆ ਕਰਦੇ ਆ। we're really good actors when it needs to be, right? So ਆਪਾਂ ਨੂੰ ਇਹ ਹੈਗਾ ਆ ਤੁਹਾਡੇ ਕਹਾਣੀ ਦੇ ਨਾਲ ਕਿ ਹੋਰ ਲੋਕਾਂ ਨੂੰ ਪਤਾ ਲੱਗੇ। ਐਂਡ ਈਵਨ ਜਸਮੀਤ ਨੇ ਅੱਜ ਜ਼ਿਆਦਾ ਸ਼ੇਅਰ ਕੀਤਾ ਕਿ ਆਪਣਾ ਮੇਰੇ ਕਨਵਰਸੇਸ਼ਨ ਦੇ ਵਿੱਚ ਤੁਸੀਂ ਦੋਨਾਂ ਨੇ ਕਲੋਸਲੀ ਇਹ ਚੀਜ਼ ਦੇਖੀ ਹੋਈ ਆ, ਇਹ ਅਨਕਾਮਨ ਨਹੀਂ ਹੈਗੀ। ਪਰ ਹੁਣ ਜੇ ਥੋੜੇ ਬਹੁਤਾ ਜਿਹੜਾ ਆਪਣਾ ਟਾਈਮ ਰਹਿੰਦਾ ਆ, ਆਪਾਂ ਥੋੜਾ ਜਿਹਾ ਫੋਕਸ ਕਰ ਸਕੀਏ ਕਿ ਜੇ ਕਿਸੇ ਨੂੰ ਮਦਦ ਚਾਹੀਦੀ ਆ, ਉਹ ਕੀ ਕਰ ਸਕਦੇ ਆ, ਕਿੱਥੇ ਜਾ ਸਕਦੇ ਆ, ਕਿੱਥੇ ਸ਼ੁਰੂਆਤ ਕਰ ਸਕਦੇ ਆ। ਤੁਹਾਡਾ ਐਕਸਪੀਰੀਅੰਸ ਉਹਦੇ ਨਾਲ ਕਿਵੇਂ ਰਿਹਾ? ਕਿਉਂਕਿ ਅੱਜ ਤੁਸੀਂ ਆਦੀ ਕਹਾਣੀ ਸ਼ੇਅਰ ਕਰ ਰਹੇ ਹੋ। ਹਾਂਜੀ, ਜੇ ਮੈਂ ਤੁਹਾਨੂੰ ਸੱਚ ਦੱਸਾਂ ਤੇ ਇਹਨਾਂ ਮਹੀਨਿਆਂ ਦੇ ਵਿੱਚ ਹੀ ਮੈਂ ਪਹਿਲੀ ਵਾਰੀ ਆਹ ਗੱਲਾਂ ਕੀਤੀਆਂ। ਨਹੀਂ ਤੇ ਮੈਂ ਕੀਤੀ 35 ਸਾਲ ਇਹ ਢਿੱਡ 'ਚ ਹੀ ਰੱਖੀਆਂ ਗੱਲਾਂ। ਸੋ ਸੀਗੀਆਂ ਮੇਰੇ ਅੰਦਰ, ਤੇ ਜਿਹੜੀਆਂ ਮੇਰੀਆਂ ਆਦਤਾਂ ਸੀਗੀਆਂ, ਮੈਨੂੰ ਦਿਖ ਰਿਹਾ ਸੀਗਾ ਕਿ ਮੇਰੀ ਕ੍ਰੋਧ ਦੀ ਵਜ੍ਹਾ ਆਹ ਦੁੱਖ ਆ। ਜਦੋਂ ਕਿੰਨੀ ਕੁ ਉਮਰ ਤੋਂ, ਮੇ ਬੀ 13 ਸਾਲਾਂ ਦੀ ਉਮਰ ਤੋਂ 30 ਸਾਲਾਂ ਦੀ ਤੱਕ, ਹਨਾ, ਮੇਰਾ ਸੁਭਾਅ ਆਮ ਜਿਹੜੇ ਮੈਨੂੰ ਮਿਲਦੇ ਸੀਗੇ ਉਹਨਾਂ ਨੇ ਕਹਿਣਾ ਬਹੁਤ ਖੁਸ਼ ਸੁਭਾਅ ਦੀ ਆ, ਹਨਾ। ਪਰ ਜਿਹੜੇ ਮੈਨੂੰ ਜਾਣਦੇ ਸੀਗੇ ਉਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਮੈਨੂੰ ਗੁੱਸਾ ਬੜੀ ਛੇਤੀ ਚੜ੍ਹਦਾ ਆ, ਤੇ ਮੇਰਾ ਗੁੱਸਾ ਮੰਮੀ ਕਹਿੰਦੇ ਸੀ ਖਤਰਨਾਕ ਆ। ਮੈਨੂੰ ਨਹੀਂ ਪਤਾ ਕਿ ਉਹ ਸੱਚ ਕਹਿੰਦੇ ਸੀ, ਮੈਨੂੰ ਲੱਗਦਾ ਝੂਠ ਕਹਿੰਦੇ ਸੀ। ਪਰ ਪ੍ਰੋਬਲਮ ਸੀਗੀ, ਹਨਾ। ਹੁਣ ਤੇ ਮੈਂ ਹਾਸੇ ਮਜ਼ਾਕ 'ਚ ਗੱਲ ਕਰ ਰਹੀ ਹਾਂ, ਹਨਾ। ਆਪਾਂ ਕਹਿੰਦੇ ਕੋਈ ਗੱਲ ਨਹੀਂ ਵੀ ਉਹਦਾ ਸੁਭਾਅ ਹੀ ਇਹੋ ਜਿਹਾ ਆ। ਨਹੀਂ, ਕਿਸੇ ਦਾ ਸੁਭਾਅ ਗੁੱਸੇ ਵਾਲਾ ਨਹੀਂ ਹੁੰਦਾ, ਬਣਾਇਆ ਜਾਂਦਾ। ਜੇ ਕੋਈ ਅੰਦਰ ਤੁਹਾਡੇ ਦੁੱਖ ਆ, ਉਸ ਦੁੱਖ ਦੀ ਵਜ੍ਹਾ ਤੁਹਾਡਾ ਗੁੱਸਾ ਹੋਊਗਾ, ਪਰ ਉਹ ਗੁੱਸਾ ਐਵੇਂ ਨਹੀਂ ਉੱਥੇ ਹੈਗਾ। ਜੇ ਤੁਸੀਂ ਦੁਖੀ ਆ, ਜੇ ਤੁਹਾਨੂੰ ਗਮੀ ਮਹਿਸੂਸ ਹੁੰਦੀ ਆ, ਉਹਦੀ ਵਜ੍ਹਾ ਆ ਕੋਈ। ਤੇ ਜੇ ਤੁਸੀਂ ਅਣਗਹਿਲੀ ਕਰ ਰਹੇ ਆ ਕਿ ਵੀ ਇਹ ਚੀਜ਼ ਐਵੇਂ ਆ, ਹਨਾ, ਸ਼ੁਰੂ ਤੋਂ ਹੀ ਇੱਦਾਂ ਸੀਗੀ ਜਾਂ ਕਿੰਨੇ ਸਾਲ ਹੋ ਗਏ ਤੇ ਹੁਣ ਆਦਤ ਹੀ ਪੈ ਗਈ ਆ, ਇਹ ਗੱਲਾਂ ਗਲਤ ਆ। ਸਾਰਿਆਂ ਦਾ ਹੱਕ ਆ ਖੁਸ਼ ਰਹਿਣਾ, ਸਾਰਿਆਂ ਦਾ ਹੱਕ ਆ ਇੱਕ ਸੌਖੀ ਜ਼ਿੰਦਗੀ ਜਿਉਣੀ। ਜੇ ਆਪਾਂ ਇੱਕ ਦੂਸਰੇ ਦੀ ਮਦਦ ਕਰੂੰਗੇ ਤੇ ਆਪਾਂ ਕਰ ਸਕਦੇ ਹਾਂ ਆਹ ਚੀਜ਼ਾਂ। ਤੇ ਮੇਰੇ ਲਈ ਗੱਲ ਕਰਨੀ ਬਹੁਤ ਔਖੀ ਸੀਗੀ, ਕਿਉਂਕਿ ਜਿਹੜੀ ਉਹ ਇੱਕ ਸ਼ਰਮ ਦੀ ਵੀ ਫੀਲਿੰਗ ਹੈਗੀ। ਪਰ ਹੁਣ ਮੇਰਾ ਖੇਤਰ ਹੈਗਾ ਕੀਰਤਨ ਦੇ ਵਿੱਚ, ਹਨਾ। ਮੈਂ ਆਪਣੇ ਜਿਹੜੀ ਰਾਜ ਅਕੈਡਮੀ ਦੀ ਸੰਸਥਾ ਹੈਗੀ ਆ, ਉਹਦੇ ਰਾਹੀਂ ਕੰਮ ਕਰਦੀ ਆ, ਕੀਰਤਨ ਨੂੰ ਅੱਗੇ ਲਿਆਉਣਾ, ਉਹਦੀ ਜਿਹੜੀ ਪੁਰਾਣੀ ਪਰੰਪਰਾ ਉਹਨੂੰ ਵਾਪਸ ਰਿਵਾਈਵ ਕਰਨਾ, ਹਨਾ। ਸੋ ਜਦੋਂ ਮੇਰੇ ਵਰਗਾ ਕੋਈ ਅੱਗੇ ਆ ਕੇ ਆਪਣੀਆਂ ਕਮੀਆਂ ਪੇਸ਼ ਕਰਦਾ ਆ, ਹਨਾ, ਤੇ ਸਾਡੀ ਕਮਿਊਨਿਟੀ ਸਪੋਰਟ ਕਰਨ ਦੀ ਬਜਾਏ ਉਂਗਲਾਂ ਕਰਦੀ ਆ, ਹਨਾ। ਵੀ ਜੇ ਫੋਰ ਐਗਜ਼ਾਮਪਲ ਆਈਵ ਹੈਡ ਦਿਸ, ਹਨਾ, ਜੇ ਮੈਂ ਕੀਰਤਨ ਕਰਦੀ ਮੀਨਸ ਆਲ ਆਫ ਅ ਸਡਨ ਮੇਰੇ ਸਾਰੇ ਪ੍ਰੋਬਲਮਸ ਆਟੋਮੈਟਿਕਲੀ ਖਤਮ ਹੋ ਜਾਣੇ ਆ। ਇਟ ਡਸਨਟ ਵਰਕ ਲਾਈਕ ਦਿਸ, ਹਨਾ। ਤੇ ਜੇ ਮੈਂ ਇੱਥੇ ਬੈਠ ਕੇ ਤੁਹਾਨੂੰ ਝੂਠ ਬੋਲਾਂ ਕਿ ਹਾਂਜੀ ਜੀ ਮੇਰੇ ਦੁੱਖ ਤੇ ਸਾਰੇ ਦੂਰ ਹੋ ਗਏ, ਹਨਾ, ਤੇ ਉਹ ਗੱਲ ਦੁਗਣੀ ਗਲਤ ਆ। ਕਿਉਂਕਿ ਮੈਂ ਤੁਹਾਨੂੰ ਸਹਾਰਾ ਨਹੀਂ ਦੇ ਰਹੀ, ਮੈਂ ਤੁਹਾਨੂੰ ਫਸਾ ਰਹੀ ਹਾਂ। ਸਾਡਾ ਜਿਹੜਾ ਫਰਜ਼ ਹੈਗਾ ਸੱਚ ਬੋਲਣਾ। ਅੱਜ ਇਹ ਆ ਕਿ ਵੀ ਮੈਂ ਸਿੱਖੀ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਗੁਰਬਾਣੀ ਰਾਹੀਂ ਆਪਣੀ ਜ਼ਿੰਦਗੀ 'ਚ ਚਾਹੁੰਦੀ ਕਿ ਵੀ ਉਹ ਜਿਹੜਾ ਚਾਨਣਾ ਹੈਗਾ ਆ ਉਹ ਆਵੇ, ਮੈਨੂੰ ਪਤਾ ਲੱਗੇ ਕਿ ਮੈਂ ਆਪਣੇ ਜਿਹੜੇ ਇਮੋਸ਼ਨਸ ਤੇ ਦੁੱਖ ਹੈਗੇ ਆ ਉਹਨਾਂ ਨੂੰ ਕਿੱਦਾਂ ਮੈਂ ਚੈਨਲ ਕਰਾਂ। ਬਿਕਾਜ਼ ਮੇਰੀ ਐਕਸਪੀਰੀਅੰਸ ਦੇ ਨਾਲ ਮੇਰਾ ਸਹਾਰਾ ਗੁਰਬਾਣੀ ਬਣੀ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈਗੇ ਰਾਗ ਤੇ ਸ਼ਬਦ, ਉਹਨਾਂ ਰਾਹੀਂ ਮੈਨੂੰ ਆਪਣੇ ਆਪ ਬਾਰੇ 18 ਸਾਲਾਂ 'ਚ ਜ਼ਿਆਦਾ ਪਤਾ ਲੱਗਿਆ ਜਿੰਨਾ ਮੈਨੂੰ 30 ਸਾਲਾਂ 'ਚ ਨਹੀਂ ਪਤਾ ਲੱਗਿਆ ਸੀਗਾ। ਸੋ ਜੇ ਮੇਰੇ ਤੋਂ ਉਹ ਸਹਾਰਾ ਨਾ ਹੁੰਦਾ ਤੇ ਮੈਂ ਹੁਣ ਗੱਲ ਕਰਨ ਜੋਗੀ ਵੀ ਨਾ ਹੁੰਦੀ। ਪਰ ਸਹਾਰੇ ਦੇ ਬਹੁਤ ਸਾਰੇ ਜ਼ਰੀਆ ਹੈਗੇ ਆ, ਜਿਵੇਂ ਤੁਸੀਂ ਸੋਚ ਸ਼ੁਰੂ ਕੀਤੀ ਆ, ਇਸੇ ਕੰਮ ਕਰਕੇ ਤੁਸੀਂ ਇਹ ਸੰਸਥਾ ਬਣਾਈ ਆ ਜਾਂ ਸ਼ੁਰੂ ਕੀਤੀ ਆ ਕਿ ਵੀ ਲੋਕਾਂ ਨੂੰ, ਸਾਡੇ ਵਰਗਿਆਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਹੰਢਾਈ ਆ, ਦੁੱਖ ਹੰਢਾਇਆ ਆ, ਹਨਾ, ਵੀ ਆਪਾਂ ਇੱਕ ਦੂਸਰੇ ਦੀ ਮਦਦ ਕਿੱਦਾਂ ਕਰ ਸਕੀਏ। ਤੇ ਹੋਰ ਵੀ ਸੰਸਥਾਵਾਂ ਹੈਗੀਆਂ ਆ, ਮੈਂ ਕਹੂੰਗੀ ਕਿ ਮਦਦ ਲਓ, ਚੁੱਪ ਨਾ ਗੱਲ। ਉਹਦੇ ਵਿੱਚ ਵੀ ਇਹ ਹੈਗਾ ਆ, ਹੁਣ ਜਿਵੇਂ ਤੁਸੀਂ ਕਿਹਾ ਗੁਰਬਾਣੀ ਦਾ ਸਹਾਰਾ, ਕੀਰਤਨ ਕਰਨ ਦਾ ਸਹਾਰਾ,
ਉਹ ਵੀ ਬਹੁਤ ਇੰਪੋਰਟੈਂਟ ਆ ਪਰ ਕਈ ਵਾਰ ਆਪਾਂ ਮੰਨਦੇ ਆ ਕਿ ਕਈ ਲੋਕ ਰੱਬ ਦਾ ਰੂਪ ਹੁੰਦੇ ਆ ਰਾਈਟ ਇਹਦੇ ਵਿੱਚ ਸ਼ਾਇਦ ਸਾਨੂੰ ਜੇ ਮੈਂਟਲ ਹੈਲਥ ਏਜੰਸੀ ਨਹੀਂ ਲੋਕਲੀ ਹੈਗੀ ਸਾਨੂੰ ਪਤਾ ਨਹੀਂ ਹੈਗਾ ਤੁਸੀਂ ਸ਼ਾਇਦ ਆਦੇ ਪਹਿਲਾਂ ਡਾਕਟਰ ਨਾਲ ਗੱਲ ਕਰਕੇ ਦੇਖੋ ਤੁਹਾਡੇ ਡਾਕਟਰ ਉਹਨਾਂ ਦੀ ਰਿਸਪੌਂਸਿਬਿਲਿਟੀ ਹੈਗੀ ਆ ਕੋਈ ਵੀ ਚੀਜ਼ ਤੁਸੀਂ ਉਹਨਾਂ ਨਾਲ ਸ਼ੇਅਰ ਕਰਦੇ ਆ ਕਿ ਉਹ ਕੌਨਫੀਡੈਂਸ਼ੀਅਲ ਰੱਖਣ ਹਨਾ ਜਾਂ ਤੁਸੀਂ ਆਦੇ ਪਰਿਵਾਰ ਦੇ ਵਿੱਚ ਦੇਖੋ ਸਾਨੂੰ ਸੋਚ ਤੇ ਈਮੇਲ ਕਰ ਸਕਦੇ ਹੋ UK ਦੇ ਵਿੱਚ ਬਹੁਤ ਵਧੀਆ ਮੈਂਟਲ ਹੈਲਥ ਉਹ ਵੀ ਆਪਣੇ ਸਾਊਥ ਏਸ਼ੀਅਨ ਮੈਂਟਲ ਹੈਲਥ ਇਨੀਸ਼ੀਏਟਿਵ ਹੈਗੇ ਆ ਤਰੱਕੀ ਇੱਕ ਹੈਗਾ ਆ ਇੱਕ ਹੈਗਾ ਸਿੱਖ ਯੂਰ ਮਾਈਂਡ ਐਂਡ ਤੁਸੀਂ ਵਰਲਡ ਵਾਈਡ ਜਿੱਥੇ ਵੀ ਪ੍ਰੋਗਰਾਮ ਦੇਖ ਰਹੇ ਹੋ ਅੱਜ ਦਾ ਸਾਡਾ ਜਿਹੜਾ ਮੈਸੇਜ ਮਕਸਦ ਸੀਗਾ ਉਹ ਸੀਗਾ ਕਿ ਸਾਨੂੰ ਪਤਾ ਲੱਗੇ ਕਿ ਜਿਹੜੀਆਂ ਇਹ ਗੱਲਾਂ ਹੁੰਦੀਆਂ ਇਹ ਆਈ ਨਹੀਂ ਹੈਗਾ ਕਿ ਸਿਰਫ ਤੁਹਾਡੇ ਨਾਲ ਹੋ ਰਿਹਾ ਬਹੁਤ ਲੋਕ ਸਫਰ ਕਰ ਰਹੇ ਆ ਪਰ ਮਦਦ ਪਹਿਲੀ ਗੱਲ ਹੈਗੀ ਆ ਕਿ ਜਿੰਨਾ ਚਿਰ ਤੁਸੀਂ ਬੋਲੋਗੇ ਨਹੀਂ ਤੇ ਉਹ ਚੀਜ਼ ਜਿਵੇਂ ਤੁਸੀਂ ਕਿ ਢਿੱਡ ਦੇ ਵਿੱਚ ਰੱਖੋਗੇ ਮੈਨੂੰ ਬਹੁਤ ਵਧੀਆ ਲੱਗਿਆ ਜਿਹੜਾ ਤੁਸੀਂ ਆਈ ਐਕਸਪਲੇਨ ਕੀਤਾ ਕਿ ਬਹੁਤ ਲੋਕ ਇਹ ਅੰਦਰ ਹੀ ਅੰਦਰ ਉਹ ਚੀਜ਼ ਸਾਨੂੰ ਖਾ ਜਾਂਦੀ ਆ ਐਂਡ ਤੁਸੀਂ ਇੱਕ ਪਰਸਨ ਨੂੰ ਸ਼ੇਅਰ ਕਰਕੇ ਦੇਖੋ ਇਕੱਠੇ ਆਪਾਂ ਕਮਿਊਨਿਟੀ ਹੋ ਕੇ ਇੱਕ ਦੂਜੇ ਦੀ ਕਿਵੇਂ ਮਦਦ ਕਰ ਸਕਦੇ ਆ ਅੱਜ ਦਾ ਟਾਈਮ ਬਹੁਤ ਥੋੜਾ ਰਿਹਾ ਬਹੁਤ ਗੱਲ ਆਪਾਂ ਗਾਂ ਕਰ ਸਕਦੇ ਹੈਗੇ ਆ ਤੇ ਕਰਾਂਗੇ ਪਰ ਜਸਵੀਰ ਅਸੀਂ ਸਾਨੂੰ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਟਾਈਮ ਲੈ ਕੇ ਥੋੜੀ ਜੀ ਗੱਲ ਸਾਡੇ ਨਾਲ ਸ਼ੁਰੂ ਕੀਤੀ ਵਿਊਅਰਸ ਨਾਲ ਸ਼ੁਰੂ ਕੀਤੀ ਤੇ ਜੇ ਸਾਨੂੰ ਕੋਈ ਵੀ ਇਨਫੋਰਮੇਸ਼ਨ ਦੀ ਲੋੜ ਹੈਗੀ ਆ ਤੁਸੀਂ ਪਲੀਜ਼ ਸਾਡੇ ਵੈਬਸਾਈਟ ਨੂੰ ਵਿਜ਼ਿਟ ਕਰੋ sochmentalhealth.com ਜਾਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਨੂੰ ਮੈਸੇਜ ਕਰ ਸਕਦੇ ਆ ਐਂਡ ਜਿਹੜਾ ਤੁਸੀਂ ਇੰਨਾ ਸੋਹਣਾ ਕੀਰਤਨ ਰਾਜ ਅਕੈਡਮੀ ਦੇ ਨਾਲ ਸਾਡੇ ਅਸੀਂ ਪ੍ਰੋਗਰਾਮ ਵੀ ਦੇਖੇ ਹੋਏ ਆ ਤੇ ਤੁਸੀਂ ਮਿਊਜ਼ਿਕ ਐਂਡ ਥੈਰੇਪੀ ਵੀ ਕਰਦੇ ਹੋ ਕੋਈ ਵੀ ਵਿਊਅਰਸ ਨੂੰ ਇਨਫੋਰਮੇਸ਼ਨ ਦੀ ਲੋੜ ਹੈਗੀ ਆ ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ